ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ, ਆਨੰਦਪੁਰ ਵਾਸੀ ਅਤੇ ਕਲਗੀਆਂ ਵਾਲੇ ਕਹਿ ਕੇ ਸੰਬੋਧਨ ਕਰਦੇ ਹਾਂ ਜੀ। ਉਸ 10ਵੇਂ ਪਾਤਸ਼ਾਹ ਕਲਗੀਆਂ ਵਾਲਿਆਂ ਦੀ ਕਲਗੀ ਦੀ ਗੱਲ ਅੱਜ ਅਸੀਂ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਸ ਕਲਗੀ ਦੀ ਯਾਤਰਾ ਕੀ ਰਹੀ, ਕਿੱਥੇ ਕਿੱਥੇ ਗਈ। ਇਸ ਦੇ 3 ਫੇਜ਼ ਹਨ। ਇੱਕ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਤੱਕ। ਦੂਜਾ, ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾਂ। ਅਤੇ ਤੀਜਾ, ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਹੁਣ ਤੱਕ ਦਾ ਸਮਾਂ। ਉਸ ਕਲਗੀ ਦਾ ਕੀ ਬਣਿਆ। ਇਸ ਕਲਗੀ ਬਾਰੇ ਦੱਸਿਆ ਜਾਂਦਾ ਹੈ ਕਿ ਇਹ 11 ਇੰਚ ਲੰਬੀ ਕਲਗੀ ਸੀ। ਸੰਗਤ ਜੀ ਸੋਚੋ, ਜਦੋਂ ਕਲਗੀਧਰ ਪਾਤਸ਼ਾਹ ਆਪਣੇ ਦੁਮਾਲੇ 'ਤੇ 11 ਇੰਚ ਦੀ ਕਲਗੀ ਲਾਉਂਦੇ ਹੋਣਗੇ ਤਾਂ ਉਹਨਾਂ ਦੀ ਸ਼ਾਨ ਕਿੰਨੀ ਹੁੰਦੀ ਹੋਵੇਗੀ। ਇਹ ਕਲਗੀ ਪੇਸ਼ਾਵਰ ਦੀ ਸੰਗਤ ਨੇ ਬਣਾ ਕੇ ਲਿਆਂਦੀ ਸੀ। ਇਹ ਕਲਗੀ ਬਹੁਤ ਲੰਮੀ, ਵੱਡੀ, ਸੋਹਣੀ ਸੀ ਅਤੇ ਇਸ ਦੇ ਹੈਂਡਲ ਉੱਤੇ ਸੋਨੇ ਦੀ ਕਢਾਈ ਹੋਈ ਸੀ। ਇਹ ਕਲਗੀ 10ਮ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ 'ਚ ਇੱਕ ਸਿੱਖ ਦੇ ਸਿਰ 'ਤੇ ਲਗਾਈ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਸ਼ਹੀਦ ਦਾ ਸਰੀਰ ਲਿਜਾਇਆ ਜਾਂਦਾ ਹੈ ਸਰਹੰਦ। ਉੱਥੇ ਪਤਾ ਲੱਗਦਾ ਹੈ ਕਿ ਇਹ 10ਵੇਂ ਪਾਤਸ਼ਾਹ ਨਹੀਂ ਹਨ। ਇੱਥੇ ਹੁਣ 2-3 ਥਿਊਰੀਸ ਹਨ। ਪਤਵੰਤ ਸਿੰਘ ਆਪਣੀ ਬੁੱਕ ਅੰਪਾਇਰ ਆਫ ਸਿੱਖਸ ਵਿੱਚ ਲਿਖਦੇ ਹਨ ਕਿ ਉਹ ਜਿਹੜੇ ਸੰਤ ਸਿੰਘ ਜੀ ਸਨ ਜਿਨ੍ਹਾਂ ਦੇ ਸਿਰ 'ਤੇ ਗੁਰੂ ਜੀ ਨੇ ਕਲਗੀ ਲਗਾਈ ਸੀ, ਉਹਨਾਂ ਦੇ ਪਰਿਵਾਰ 'ਚੋਂ ਸਰਦਾਰ ਹਰਾ ਸਿੰਘ ਜਿਹੜੇ ਪੇਸ਼ਾਵਰ ਵੱਲ ਰਹਿਣ ਲੱਗ ਪਏ ਸਨ, ਉਹਨਾਂ ਦੇ ਪਰਿਵਾਰ ਤੋਂ ਮਹਾਰਾਜਾ ਰਣਜੀਤ ਸਿੰਘ ਨੇ 1.25 ਲੱਖ ਰੁਪਏ 'ਚ ਖਰੀਦੀ ਸੀ। ਪਰ ਇਸ ਗੱਲ ਦਾ ਸਬੂਤ ਫਕੀਰ ਅਜੀਜ਼ੁਦੀਨ ਦੇ ਰੋਜ਼ਨਾਮਚੇ 'ਚੋਂ ਮਿਲਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬ ਨਾਲ ਰਿਲੇਟਡ ਇੱਕ ਕਿਤਾਬਚਾ ਛਾਪਿਆ ਗਿਆ ਹੈ, ਜਿਸ ਵਿੱਚ ਲਿਖਿਆ ਹੈ ਕਿ ਬੇਦੀ ਸਾਹਿਬਜ਼ਾਦਾ ਵੈਰੋਵਾਲ ਦਾ ਰਹਿਣ ਵਾਲਾ ਸੀ, ਜਿਨ੍ਹੇ ਇਹ ਕਲਗੀ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸੀ। ਇਸ ਦਾ ਇੱਕ ਹੋਰ ਪੱਖ ਮਿਲਦਾ ਹੈ ਕਿ ਭਾਈ ਹਰਦਾਸ ਸਿੰਘ ਜੀ ਜਿਹੜੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਸਨ, ਉਹਨਾਂ ਨੂੰ 10ਵੇਂ ਪਾਤਸ਼ਾਹ ਤੋਂ ਮਿਲੀ ਸੀ। ਜਾਂ ਇਹ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕੀਤੀ ਸੀ ਤਾਂ ਉਹ ਉਸ ਸਮੇਂ ਉਹਨਾਂ ਦੇ ਨਾਲ ਸਨ। ਉਦੋਂ ਉੱਥੋਂ ਤੋਸ਼ੇਖਾਨੇ 'ਚੋਂ ਮਿਲੀ। ਫਿਰ ਉਹਨਾਂ ਤੋਂ ਇਸ ਤਰ੍ਹਾਂ ਚਲਦੀ ਚਲਦੀ ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਫਿਰ ਉੱਥੋਂ ਸਰਦਾਰ ਜੋਧ ਸਿੰਘ ਰਾਮਗੜੀਆ, ਉਹਨਾਂ ਦੇ ਰਾਹੀਂ ਇਹ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚੀ। ਹੁਣ ਦੂਜਾ ਫੇਜ਼ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਇਸ ਕਲਗੀ ਨੂੰ ਇੰਨਾ ਪਿਆਰ ਕਰਦੇ ਸਨ ਕਿ ਜਦੋਂ ਹਰ ਰੋਜ਼ ਉਹ ਸਵੇਰੇ ਗੁਰਬਾਣੀ ਦਾ ਪਾਠ ਸੁਣਦੇ ਸਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ, ਉਸ ਤੋਂ ਬਾਅਦ ਇਹ ਕਲਗੀ ਸਾਹਿਬ ਦੇ ਦਰਸ਼ਨ ਕਰਕੇ ਅਤੇ ਆਪਣੇ ਮਸਤਕ ਨਾਲ ਲਗਾ ਕੇ, ਆਪਣੀਆਂ ਅੱਖਾਂ ਨਾਲ ਲਗਾ ਕੇ ਫਿਰ ਉਹ ਅੱਗੇ ਚੱਲਦੇ ਸਨ, ਜਿਸ ਵੀ ਕਾਰਜ ਲਈ ਉਹਨਾਂ ਜਾਣਾ ਹੁੰਦਾ ਸੀ। ਇਸ ਕਲਗੀ ਸਾਹਿਬ ਦਾ ਜ਼ਿਕਰ ਹੈਨਰੀ ਲੋਗਨ ਆਪਣੀ ਬੁੱਕ ਲੋਗਨ ਰਿਕੋਲੈਕਸ਼ਨ, ਜੋ ਕਿ ਭਾਸ਼ਾ ਵਿਭਾਗ ਵਿੱਚ ਪਈ ਹੈ, ਉਸ ਵਿੱਚ ਵੀ ਜ਼ਿਕਰ ਕਰਦਾ ਹੈ ਕਿ ਇਹ ਤੋਸ਼ੇਖਾਨੇ ਵਿੱਚ ਸੀ। ਫਿਰ ਅਗਲਾ ਹਿੱਸਾ ਆਉਂਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਸਵਰਗਵਾਸ ਹੋ ਜਾਂਦੇ ਹਨ, ਉਸ ਤੋਂ ਬਾਅਦ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਂਦਾ ਹੈ। ਮਹਾਰਾਜਾ ਦਲੀਪ ਸਿੰਘ ਨੂੰ ਕੈਦ ਕਰਕੇ UK ਲਿਜਾਇਆ ਜਾਂਦਾ ਹੈ। ਉਸ ਵੇਲੇ ਲਾਰਡ ਡਲਹੌਜੀ ਗਵਰਨਰ ਜਨਰਲ ਆਫ ਇੰਡੀਆ ਸੀ। ਉਹ ਈਸਟ ਇੰਡੀਆ ਕੰਪਨੀ ਨੂੰ 1851 ਵਿੱਚ ਲਿਖਦੇ ਹਨ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਕੁਝ ਇੱਥੇ ਜਿਹੜੀਆਂ ਚੀਜ਼ਾਂ ਹਨ ਉਹ ਗੁਰੂ ਸਾਹਿਬ ਨਾਲ ਰਿਲੇਟਡ ਹਨ, ਇਹਨਾਂ ਨੂੰ ਮੈਂ ਆਪਣੀ ਪਰਸਨਲ ਕਲੈਕਸ਼ਨ ਵਿੱਚ ਲਿਜਾ ਸਕਾਂ। ਉਸ ਵਿੱਚ ਕੋਹਿਨੂਰ ਹੀਰਾ, ਗੁਰੂ ਸਾਹਿਬ ਜੀ ਦੀ ਕਲਗੀ, ਬਹੁਤ ਸਾਰੇ 10ਵੇਂ ਪਾਤਸ਼ਾਹ ਜੀ ਦੇ ਸ਼ਸਤਰ ਵੀ ਸਨ ਜੋ ਕਿ UK ਪਹੁੰਚ ਗਏ ਸਨ। 2 ਸਾਲ ਬਾਅਦ ਲਾਰਡ ਡਲਹੌਜੀ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਉਸ ਦੀ ਧੀ ਸੁਜਨ ਬਰਾਊਨ ਦੇ ਰਾਹੀਂ ਇਹ ਕਰਨਲ W. ਹੈਕ ਬਰਾਊਨ ਦੇ ਕੋਲ ਚਲੀ ਜਾਂਦੀ ਹੈ।
ਉਸ ਦੀ ਦੇਖ ਰੇਖ ਵਿੱਚ ਇਹ ਕਲਗੀ ਰਹਿੰਦੀ ਹੈ। ਸੰਨ 1890 ਦੇ ਕਰੀਬ ਫਿਰ ਇਹ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਵਿੱਚ 10 ਮਹੀਨੇ ਲਈ ਡਿਸਪਲੇ ਵੀ ਹੁੰਦੀ ਹੈ। ਬਾਅਦ ਵਿੱਚ ਫਿਰ ਵਾਪਸ ਇਸੇ ਪਰਿਵਾਰ ਕੋਲ ਆ ਜਾਂਦੀ ਹੈ। ਸੂਜ਼ਨ ਬਰਾਊਨ ਦੇ ਮਰਨ ਤੋਂ ਬਾਅਦ ਇਹ ਕਲਗੀ ਸਾਹਿਬ ਉਸ ਦੀ ਗ੍ਰੇਟ ਨੀਸ ਜੋ ਸੀ ਐਡਿਨ ਬਰਾਊਨ ਇਲਿੰਸੀ ਉਸ ਕੋਲ ਆ ਜਾਂਦੀ ਹੈ। ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਇਹ ਭਾਈ ਕਮਲਜੀਤ ਸਿੰਘ ਲੁਧਿਆਣੇ ਤੋਂ ਨਾਲ ਉਹਨਾਂ ਦੇ ਵੀਰ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਕਲਗੀ ਸਾਹਿਬ ਨੂੰ ਇੱਥੇ ਤੱਕ ਲਿਆਉਣ 'ਚ। ਉਹਨਾਂ ਦੀ ਦਿੱਤੀ ਹੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ। ਐਡਿਥ ਬਰਾਊਨ ਲਿੰਸੀ ਜੋ ਸੀ ਉਹ ਪ੍ਰਿੰਸੈਸ ਬੰਬਾ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਉਸ ਦੀ ਫਰੈਂਡ ਸੀ। ਉਸ ਦੇ ਰਾਹੀਂ ਇਹ ਵਾਪਸ ਪ੍ਰਿੰਸੈਸ ਬੰਬਾ ਕੋਲ ਆ ਜਾਂਦੀ ਹੈ। ਪ੍ਰਿੰਸੈਸ ਬੰਬਾ ਨੇ ਆਪਣਾ ਬਹੁਤ ਸਮਾਂ ਲਾਹੌਰ ਵਿੱਚ ਬਤੀਤ ਕੀਤਾ। ਪਾਰਟੀਸ਼ਨ ਤੋਂ ਪਹਿਲਾਂ ਲਾਹੌਰ ਉਹ ਰਹਿੰਦੀ ਹੈ। ਉਸ ਕੋਲ ਇਹ ਕਲਗੀ ਹੈ। ਲਾਹੌਰ ਵਿੱਚ ਵੀ ਇਹ ਕਲਗੀ ਡਿਸਪਲੇ ਹੋਈ ਦੱਸੀ ਜਾਂਦੀ ਹੈ। ਸਰਦਾਰ ਬੇਅੰਤ ਸਿੰਘ ਸੰਧਾਵਾਲੀਆ ਸਨ ਜਿਨ੍ਹਾਂ ਅੱਜ ਤੋਂ 10 ਕੁ ਸਾਲ ਪਹਿਲਾਂ ਹੀ ਚੜ੍ਹਾਈ ਕੀਤੀ ਹੈ। ਉਹਨਾਂ ਨੇ ਐਫੀਡੇਵਿਟ ਵੀ ਲਿਖ ਕੇ ਇਹਨਾਂ ਨੂੰ ਦਿੱਤਾ ਹੈ ਕਿ ਇਹ ਕਲਗੀ ਸਾਹਿਬ ਦਰਸ਼ਨ ਉਹਨਾਂ ਨੇ ਪ੍ਰਿੰਸੈਸ ਬੰਬਾ ਕੋਲ ਕੀਤੇ ਹਨ। ਉਹ ਅਗਵਾਈ ਭਰਦੇ ਹਨ ਕਿ ਇਹ 1955 ਦੇ ਕਰੀਬ ਪ੍ਰਿੰਸੈਸ ਬੰਬਾ ਦੇ ਕੋਲ ਸੀ ਜਦੋਂ ਉਹ ਆਪਣੇ ਪਿਤਾ ਜੀ ਦੇ ਨਾਲ ਬਚਪਨ ਵਿੱਚ ਲਾਹੌਰ ਗਏ ਸਨ। ਉਦੋਂ ਉਹਨਾਂ ਨੇ ਇਸ ਕਲਗੀ ਦੇ ਦਰਸ਼ਨ ਕੀਤੇ ਸਨ। ਜਦੋਂ ਪ੍ਰਿੰਸੈਸ ਬੰਬਾ ਦੀ ਮੌਤ ਹੋ ਜਾਂਦੀ ਹੈ 1957 ਵਿੱਚ ਤਾਂ ਉਸ ਦਾ ਮੁਨੀਮ ਸੀ ਜਿਸ ਦਾ ਨਾਮ ਕਰੀਮ ਬਖਸ਼ ਸਪਰਾ ਸੀ। ਉਸ ਨੇ ਇਹ ਕਲਗੀ ਫਿਰ UK ਵਿੱਚ ਵੇਚ ਦਿੱਤੀ ਅਤੇ ਹੋਰ ਵੀ ਵਸਤੂਆਂ ਵੇਚੀਆਂ। ਫਿਰ ਇਹ UK ਵਿੱਚ ਡਿਸਪਲੇ ਹੋਈ, ਕੈਨੇਡਾ ਵਿੱਚ ਡਿਸਪਲੇ ਹੋਈ। ਇਹ ਇੱਧਰ ਨੂੰ ਲੰਬੀ ਹਿਸਟਰੀ ਚੱਲਦੀ ਹੈ। ਫਿਰ 1999 ਵਿੱਚ ਖਾਲਸੇ ਨੇ ਸਾਜਨਾ ਦਿਵਸ ਮਨਾਇਆ। ਇਹਨਾਂ ਵੀਰਾਂ ਦੇ ਮਨ ਵਿੱਚ ਆਇਆ ਕਿ ਕਲਗੀ ਸਾਹਿਬ ਲੱਭ ਕੇ ਵਾਪਸ ਲਿਆਂਦੀ ਜਾਣੀ ਚਾਹੀਦੀ ਹੈ। ਕਿਸੇ ਵੀ ਢੰਗ ਨਾਲ ਕੋਸ਼ਿਸ਼ ਪਹਿਲਾਂ ਵੀ ਬਹੁਤ ਹੋਈਆਂ। 10 ਸਾਲ ਦੀ ਮਿਹਨਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਜੋ ਅੱਗੇ ਕਮੇਟੀ ਬਣਾਈ ਗਈ ਸੀ ਉਹਨਾਂ ਨੇ ਇਹ ਮੰਨਿਆ ਕਿ ਇਹ ਅਸਲੀ ਕਲਗੀ ਹੈ 10ਵੇਂ ਪਾਤਸ਼ਾਹ ਜੀ ਦੀ ਅਤੇ ਇਹਨਾਂ ਵੀਰਾਂ ਨੂੰ ਉੱਥੋਂ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਗਈ। ਇਹਨਾਂ ਵੀਰਾਂ ਨੇ ਉੱਥੋਂ ਬਿਜ਼ਨਸ ਕਲਾਸ ਬੁੱਕ ਕਰਕੇ ਬੜੇ ਸਤਿਕਾਰ ਨਾਲ UK ਤੋਂ ਦਿੱਲੀ ਲਿਆਂਦੀ। ਦਿੱਲੀ ਤੋਂ ਫਿਰ ਸਪੈਸ਼ਲ ਪ੍ਰਾਈਵੇਟ ਜੈਟ ਬੁੱਕ ਕਰਾ ਕੇ ਆਪਣੇ ਖਰਚੇ ਉੱਤੇ ਇਹ ਕਲਗੀ ਅੰਮ੍ਰਿਤਸਰ ਪਹੁੰਚਾਈ। ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਪ ਏਅਰਪੋਰਟ 'ਤੇ ਕਲਗੀ ਨੂੰ ਰਿਸੀਵ ਕਰਨ ਜਾਂਦੇ ਹਨ। ਅਕਾਲ ਤਖਤ ਸਾਹਿਬ ਆ ਕੇ ਅਰਦਾਸ ਹੁੰਦੀ ਹੈ ਕਲਗੀ ਸਾਹਿਬ ਦੀ ਅਤੇ 5 ਦਿਨ ਲਈ ਸੰਗਤ ਨੂੰ ਦਰਸ਼ਨ ਕਰਾਏ ਜਾਂਦੇ ਹਨ। ਅਤੇ 2008 ਦੀ ਇਹ ਗੱਲ ਹੈ। ਉਸ ਤੋਂ ਬਾਅਦ ਇਹ ਕਲਗੀ ਤੋਸ਼ੇਖਾਨੇ ਵਿੱਚ ਰੱਖ ਦਿੱਤੀ ਜਾਂਦੀ ਹੈ। ਸੰਗਤ ਜੀ, ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਬਹੁਤ ਥੋੜ੍ਹੀ ਹੈ ਜੀ। ਜਿੰਨੀ ਕੁ ਸਾਨੂੰ ਪਤਾ ਲੱਗਾ, ਜਿੰਨੀ ਕੁ ਸਾਨੂੰ ਵਾਹਿਗੁਰੂ ਨੇ ਸਮਝ ਦਿੱਤੀ ਸੀ ਉਨੀ ਕੁ ਤੁਹਾਨੂੰ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਮਾफ़ੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।